ਪਹਿਲਾਂ ਆਪਾਂ ਸ਼ੁਰੂਆਤ ਇਹ ਕਰ ਲਈਏ ਕਿ ਪੰਜਾਬ ਉਸ ਦੌਰ ਦੇ ਵਿੱਚੋਂ ਨਿਕਲ ਕੇ ਗਿਆ, ਹੜ੍ਹਾਂ ਵਰਗੀ ਸਥਿਤੀ ਹੋਈ ਤੇ ਹੜ੍ਹ ਆਏ ਪੰਜਾਬ ਦੇ ਵਿੱਚ, ਬੜੀ ਮਾਰ ਪਈ ਪੰਜਾਬ ਨੂੰ। ਤੇ ਉਸ ਤੋਂ ਬਾਅਦ ਪ੍ਰਵਿੰਦਰ ਸਿੰਘ ਝੋਟੇ ਦਾ ਇੱਕ ਕੇਸ ਆ ਜਿਹੜਾ ਉਹ ਸਾਹਮਣੇ ਆ ਜਾਂਦਾ। ਪੰਜਾਬ ਦੇ ਵਿੱਚ ਛੇਵਾਂ ਦਰਿਆ ਇਹ ਦੱਸਿਆ ਜਾ ਰਿਹਾ ਕਿ ਨਸ਼ਿਆਂ ਦਾ ਵਗ ਰਿਹਾ, ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ। ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਇਸ ਇਲਾਕੇ ਦੇ ਨਾਲ ਜੁੜੇ ਹੋ, ਮਾਨਸਾ ਦੇ? ਇਹਦਾ ਮਤਲਬ ਜਿਹੜਾ ਝੋਟੇ ਦੀ ਗ੍ਰਿਫਤਾਰੀ ਹੋਈ ਹੈ ਇਹ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਹੋਈ ਹੈ। ਤੇ ਦੂਜੀ ਗੱਲ ਹੜ੍ਹਾਂ ਦੀ ਹੈ, ਜਿਹੜੀ ਪੰਜਾਬ ਦਾ ਮੁੱਖ ਮੰਤਰੀ ਹੜ੍ਹ ਦੇਖਣ ਆਉਂਦਾ ਹੈ, ਉੱਥੇ ਮਜ਼ਾਕ ਕਰਕੇ ਮੁੜ ਜਾਂਦਾ ਲੋਕਾਂ ਨੂੰ। ਉਹ 86 ਗੱਲਾਂ ਕਰਕੇ ਭੱਜ ਜਾਂਦਾ ਜਿਹੜੀਆਂ ਲੋਕਾਂ ਦੀ ਅਸਲ ਡਿਮਾਂਡ ਹੈ। ਲੋਕਾਂ 'ਚ ਬਿਮਾਰੀ ਫੈਲੀ ਹੋਈ ਹੈ, ਲੋਕਾਂ ਦੀ ਫਸਲਾਂ ਮਰ ਗਈਆਂ, ਦੱਸੇ ਵੀ ਕਿੰਨੇ ਕਿੰਨੇ ਪੈਸੇ ਦੇਣੇ ਹੈ, ਉਹ ਤਾਂ ਗੱਲ ਕਰਦਾ ਨਹੀਂ ਉਹ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ, ਜਿਵੇਂ ਇੱਕਦਮ ਇੱਕ ਹੜ੍ਹ ਆਏ, ਹੜ੍ਹਾਂ ਦੇ ਹਾਲਾਤ ਬਣੇ, ਪੰਜਾਬ ਉਸ ਦੌਰ ਦੇ ਵਿੱਚੋਂ ਲੰਘਿਆ, ਪਰ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਵੀ ਇੱਕ ਹਿੰਸਾ ਜਿਹੜੀ ਕਿ ਉਹ ਭਟਕਦੀ ਨਜ਼ਰ ਆਈ। ਅਮਰਤਪਾਲ ਸਿੰਘ ਬਾਰੇ ਕੀ ਸੋਚਦੇ ਹੋ? ਕਿਉਂਕਿ ਅਮਰਤਪਾਲ ਸਿੰਘ ਦੇ ਉੱਪਰ ਬੜੇ ਸਵਾਲ ਉੱਠਦੇ ਨੇ। ਅਮਰਤਪਾਲ ਸਿੰਘ ਦੇ ਉੱਪਰ ਇਹ ਵੀ ਕਿਹਾ ਜਾਂਦਾ ਕਿ ਇਹ ਏਜੰਸੀਆਂ ਦਾ ਪਲਾਨ ਕਰਿਆ ਹੋਇਆ ਬੰਦਾ ਸੀ ਤੇ ਆਪਦੀ ਜਿਹੜੀ ਕਿ ਗੱਲਬਾਤ ਸੀ ਉਹ ਕਰਕੇ ਚੱਲਦੇ ਬਣੇ। ਉਹ ਜਿਹੜੀ ਕੋਈ ਗੱਲ ਹੁੰਦੀ ਹੈ ਜੀ, ਜਿਹਦੇ ਮਗਰ ਚਾਰ ਲੋਕ ਲੱਗ ਜਾਂਦੇ ਆ, ਉਹਨੂੰ ਲੋਕ ਬਦਨਾਮ ਕਰਦੇ ਆ, ਉਹਦੀ ਕਿਰਦਾਰ ਕੁਸ਼ੀ ਕਰਦੀ ਹੈ ਇਹ ਸਰਕਾਰ। ਜਿਵੇਂ ਹੁਣ ਝੋਟੇ ਤੇ ਹੈ, ਝੋਟੇ ਦੇ ਉੱਤੇ ਆਪਣਾ ਕੀ ਕਹਿੰਦੇ ਕਿਰਦਾਰ ਉਹ ਕਰੀ ਹੈ। ਉਹ ਜਿਹੜੇ ਬੰਦੇ ਨਸ਼ੇ ਵੇਚਦੇ ਸੀਗੇ, ਲੋਕਾਂ ਦੇ ਪੁੱਤਾਂ ਨੂੰ ਮਾਰਦੇ ਸੀ, ਉਹਨਾਂ ਨੂੰ ਭੂਰੇ ਹੀ ਸੀਗਾ। ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ। ਤਾਂ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਕੁਝ ਚੱਲ ਰਿਹਾ, ਇਸ ਦੇ ਉੱਪਰ ਅਸੀਂ ਚਰਚਾ ਕਰਾਂਗੇ, ਕਿਉਂਕਿ ਖਾਸ ਕਰਕੇ ਮਾਨਸਾ ਹਲਕੇ ਦੇ ਨਾਲ ਜੁੜੀ ਹੋਈ ਜਿਹੜੀ ਕਿ ਇੱਕ ਵੱਡੀ ਖਬਰ ਆ, ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ। ਉਹ ਖਬਰ ਦਾ ਕਾਰਨ ਕੀ ਆ? ਪ੍ਰਵਿੰਦਰ ਸਿੰਘ ਝੋਟੇ ਦੇ ਨਾਂ ਦੇ ਉੱਪਰ ਕਈ ਲੋਕ ਰੋਟੀਆਂ ਵੀ ਸੇਕ ਰਹੇ ਨੇ, ਪਰ ਕਈ ਲੋਕ ਸੱਚੀ ਮੁੱਚੀ ਹਮਦਰਦੀ ਦੇ ਤੌਰ 'ਤੇ ਵੀ ਖੜੇ ਨੇ। ਤਾਂ ਸਾਡੇ ਨਾਲ ਇਸ ਵਕਤ ਗੁਰਸੇਵਕ ਸਿੰਘ ਜਵਾਰ ਕੇ ਮੌਜੂਦ ਨੇ, ਅਕਾਲੀ ਦਲ ਅੰਮ੍ਰਿਤਸਰ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਆਪਾਂ ਸ਼ੁਰੂਆਤ ਇਹ ਕਰ ਲਈਏ ਕਿ ਪੰਜਾਬ ਉਸ ਦੌਰ ਦੇ ਵਿੱਚੋਂ ਨਿਕਲ ਕੇ ਗਿਆ, ਹੜ੍ਹਾਂ ਵਰਗੀ ਸਥਿਤੀ ਹੋਈ ਤੇ ਹੜ੍ਹ ਆਏ ਪੰਜਾਬ ਦੇ ਵਿੱਚ, ਬੜੀ ਮਾਰ ਪਈ ਪੰਜਾਬ ਨੂੰ। ਤੇ ਉਸ ਤੋਂ ਬਾਅਦ ਪ੍ਰਵਿੰਦਰ ਸਿੰਘ ਝੋਟੇ ਦਾ ਇੱਕ ਕੇਸ ਆ ਜਿਹੜਾ ਉਹ ਸਾਹਮਣੇ ਆ ਜਾਂਦਾ। ਪੰਜਾਬ ਦੇ ਵਿੱਚ ਛੇਵਾਂ ਦਰਿਆ ਇਹ ਦੱਸਿਆ ਜਾ ਰਿਹਾ ਕਿ ਨਸ਼ਿਆਂ ਦਾ ਵਗ ਰਿਹਾ, ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ। ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਇਸ ਇਲਾਕੇ ਦੇ ਨਾਲ ਜੁੜੇ ਹੋ, ਮਾਨਸਾ ਦੇ ਨਾਲ? ਇਹ ਤੁਹਾਡਾ ਬਹੁਤ ਵਧੀਆ ਗੱਲ ਹੈ। ਤੁਸੀਂ ਮੈਨੂੰ ਜਿਹੜਾ ਸਵਾਲ ਪੁੱਛਿਆ, ਵਧੀਆ ਸਵਾਲ ਹੈ। ਇਹਦਾ ਜਵਾਬ ਇਹ ਹੈ ਵੀ ਜਿੱਦੇ ਆਪਣੇ ਇੱਧਰਲੇ ਇਲਾਕੇ 'ਚ ਪਾਣੀ ਆਇਆ ਹੈ ਜੀ, ਨਾਲੀ ਦਾ, ਚਾਂਦਪੁਰੇ ਦਾ ਬੰਨ੍ਹ ਟੁੱਟਿਆ ਪਹਿਲੀ ਦਿਨ, ਉਹ 6 ਵਜੇ ਟੁੱਟਿਆ ਨਾ 5 ਵਜੇ ਟੁੱਟਿਆ। 5:30 ਵਜੇ ਝੋਟੇ ਦੇ ਘਰੇ ਪੁਲਿਸ ਨੇ ਰੇਡ ਕਰਤੀ। 100 ਬੰਦੇ ਨੇ। ਇਹੀ 100 ਬੰਦਾ ਉੱਥੇ ਡਿਊਟੀ ਕਰਨ ਜਾਂਦਾ ਬੰਨ੍ਹ ਤੇ, ਉਹਦਾ ਬਚਾਅ ਹੋ ਸਕਦਾ ਸੀ। ਇਹਦਾ ਮਤਲਬ ਜਿਹੜਾ ਝੋਟੇ ਦੀ ਗ੍ਰਿਫਤਾਰੀ ਹੋਈ ਹੈ ਇਹ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਹੋਈ ਹੈ, ਕਿਉਂਕਿ ਉਸੇ ਟਾਈਮ ਤੇ ਬੰਨ੍ਹ ਟੁੱਟਣਾ, ਸਾਰੀ ਫੋਰਸ ਤਾਂ ਉੱਧਰ ਭੱਜੀ ਜਾਂਦੀ ਸੀ, ਪਰ 100 ਮੁਲਾਜ਼ਮ ਇੱਥੇ ਲਾਈਨ 'ਚੋਂ ਬੱਸ ਬੁਲਾ ਕੇ, ਰੂਟ ਬੁਲਾ ਕੇ, ਜਿਹੜੇ ਇੱਥੇ ਟ੍ਰੇਨਿੰਗ ਕਰਦੇ ਸੀ ਬੰਦੇ ਜਾਂ ਇੱਥੇ ਇਹਨਾਂ ਦੀ ਰੱਖੀ ਹੁੰਦੀ ਹੈ ਰਿਜ਼ਰਵ, ਉਹ ਸਾਰੇ ਦੇ ਸਾਰੇ ਕੰਧਾਂ ਟੱਪ ਕੇ ਜ਼ਬਰਦਸਤੀ ਗਏ ਨੇ। ਕੋਈ ਉਹਦਾ ਗੇਟ ਨਹੀਂ ਖੋਲ੍ਹਿਆ, ਨਹੀਂ ਤਾਂ ਫੋਰਸ ਗੇਟ ਵਿੱਚ ਦੀ ਜਾਂਦੀ ਹੈ, ਕੋਈ ਸਿਆਣੇ ਬੰਦੇ ਜਾਂ ਲੇਡੀ ਕਾਂਸਟੇਬਲ ਨਾਲ ਹੁੰਦੀਆਂ, ਕਿਸੇ ਨੂੰ ਨਹੀਂ ਪੁੱਛਿਆ ਗਿਆ। ਤੇ ਦੂਜੀ ਗੱਲ ਹੜ੍ਹਾਂ ਦੀ ਹੈ, ਜਿਹੜੀ ਪੰਜਾਬ ਦਾ ਮੁੱਖ ਮੰਤਰੀ ਹੜ੍ਹ ਦੇਖਣ ਆਉਂਦਾ ਹੈ, ਉੱਥੇ ਮਜ਼ਾਕ ਕਰਕੇ ਮੁੜ ਜਾਂਦਾ ਲੋਕਾਂ ਨੂੰ। ਕਦੇ ਕਹਿ ਦਿੰਦਾ ਤੂੰ ਮੇਰੀ ਡੱਗੀ 'ਚ ਰੁੜਦਾ ਫਿਰਦਾ ਸੀ, ਕਦੇ ਕਹਿ ਦਿੰਦਾ ਤੁਸੀਂ ਮੈਨੂੰ ਮਿੱਟੀ ਮੱਥੇ ਨਾਲ ਲਾਈ ਸੀ। ਉਹ 86 ਗੱਲਾਂ ਕਰਕੇ ਭੱਜ ਜਾਂਦਾ ਜਿਹੜੀਆਂ ਲੋਕਾਂ ਦੀ ਅਸਲ ਡਿਮਾਂਡ ਹੈ। ਲੋਕਾਂ 'ਚ ਬਿਮਾਰੀ ਫੈਲੀ ਹੋਈ ਹੈ, ਲੋਕਾਂ ਦੀ ਫਸਲਾਂ ਮਰ ਗਈਆਂ, ਦੱਸੇ ਵੀ ਕਿੰਨੇ ਕਿੰਨੇ ਪੈਸੇ ਦੇਣੇ ਹੈ, ਉਹ ਤਾਂ ਗੱਲ ਕਰਦਾ ਨਹੀਂ ਉਹ। ਲੋਕ ਤਾੜੀਆਂ ਪਾਉਂਦੇ ਆ, ਲੋਕ ਉਹਦੇ ਹਾਸੇ ਦੇ ਲੱਗੇ ਹੋਏ ਆ। ਮੁੱਖ ਮੰਤਰੀ ਤਾਂ ਕਹਿੰਦੇ ਅਸੀਂ ਕੱਦੂ ਦੇ ਪੈਸੇ ਵੀ ਦੇਵਾਂਗੇ ਤੇ ਅਸੀਂ ਕਹਿੰਦੇ ਫਸਲਾਂ ਦੇ ਪੈਸੇ ਵੀ ਦੇਵਾਂਗੇ ਜੀ। ਉਹ ਪਹਿਲਾਂ ਜਿੰਨੇ ਕਿੰਨੇ ਸਰਵੇ ਹੋਏ ਆ, 1.5 ਸਾਲ ਹੋ ਗਏ ਉਹਨਾਂ ਨੂੰ ਬਣਿਆ ਨੂੰ, ਕਿਸੇ ਨਰਮੇ ਵਾਲੇ ਦੀ ਮਾਰ ਨਹੀਂ ਦਿੱਤੀ ਉਹਨਾਂ ਨੇ। ਪਹਿਲਾਂ ਜਿੱਥੇ ਗੜੇਮਾਰੀ ਹੋਈ ਸੀ ਉੱਥੇ ਨਹੀਂ ਕਿਸੇ ਨੂੰ ਪੈਸਾ ਮਿਲਿਆ। ਸਭ ਝੂਠ ਦਾ ਬਲੰਦਾ ਹੈ। ਕਹਿੰਦੇ ਅਸੀਂ ਤਾਂ ਆਮ ਲੋਕ ਆ, ਕਹਿੰਦੇ ਸਾਨੂੰ ਪਤਾ ਚੈਨ ਡੋਰੀਆਂ ਕਿਵੇਂ ਬਦਲੀ ਦੀਆਂ। ਆਮ ਲੋਕਾਂ ਦਾ ਤੁਸੀਂ ਦੇਖਿਆ ਹੀ ਹੈ ਉਹਨਾਂ ਦਾ ਹਾਲ। 1.5 ਕਰੋੜ ਦੀਆਂ ਛਾਪਾਂ ਪਾਉਂਦੇ ਆ ਉਹ ਐਨਵਰਸਰੀ ਤੇ ਉਹਨਾਂ ਦੀ ਮੈਸੇਜ, ਤੇ ਆਪ ਦੇਖ ਲਓ ਉਹਨਾਂ ਦਾ ਹਾਲ ਕੀ ਹੈ। ਜਿਹੜੇ ਕਹਿੰਦੇ ਸੀ ਗਨਮੈਨ ਨਹੀਂ ਅਸੀਂ ਲੈਂਦੇ, VIP ਕਲਚਰ ਖਤਮ ਕਰਾਂਗੇ, ਕੇਜਰੀਵਾਲ ਵੀ ਕਹਿੰਦਾ ਸੀ। ਰਾਜਪਾਲ ਦੀ ਗੱਲ ਕਰਦੇ ਸੀ, ਕਿਤੇ ਰਾਜਪਾਲ ਦੀ ਗੱਲ ਕਰੀ ਇਹਨਾਂ ਨੇ? ਰਾਜਪਾਲ ਦੇ ਮੋਰਚਾ ਲਾ ਕੇ ਇਹਨਾਂ ਨੇ ਸਰਕਾਰ ਬਣਾਈ ਹੈ ਤੇ ਇਸ ਪਾਰਟੀ ਖੜੀ ਕੀਤੀ ਹੈ। ਪੰਜਾਬ ਦੇ ਵਿੱਚ ਜਾਂ ਦਿੱਲੀ 'ਚ ਕਿਤੇ ਰਾਜਪਾਲ ਦੀ ਗੱਲ ਕਰੀ ਹੈ? ਦਿੱਲੀ ਦੀ ਸਰਕਾਰ ਤਾਂ ਸ਼ਰਾਬ ਦੇ ਕੇਸ 'ਚ ਘਿਰੀ ਹੋਈ ਹੈ, ਜਿਹੜੀ ਸ਼ਰਾਬ 'ਚ ਕਰਪਸ਼ਨ ਹੋਈ ਹੈ। ਸ਼ਰਾਬ ਦੇ ਠੇਕਿਆਂ 'ਚ ਉਹਦਾ ਡਿਪਟੀ ਮੁੱਖ ਮੰਤਰੀ ਅੰਦਰ ਹੈ,
ਹਾਲੇ ਵੀ ਇਨਕੁਆਇਰੀ ਚੱਲ ਰਹੀ ਹੈ। ਬਿਲਕੁਲ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ, ਜਿਵੇਂ ਇੱਕਦਮ ਇੱਕ ਹੜ੍ਹ ਆਏ, ਹੜ੍ਹਾਂ ਦੇ ਹਾਲਾਤ ਬਣੇ, ਪੰਜਾਬ ਉਸ ਦੌਰ ਦੇ ਵਿੱਚੋਂ ਲੰਘਿਆ, ਪਰ ਦੂਸਰੇ ਪਾਸੇ ਹਰਿਆਣੇ ਦੇ ਵਿੱਚ ਵੀ ਇੱਕ ਹਿੰਸਾ ਜਿਹੜੀ ਕਿ ਉਹ ਭਟਕਦੀ ਨਜ਼ਰ ਆਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਦੇ ਲਈ ਕਿੰਨਾ ਕੁ ਜਦੋਜਹਿਦ ਕਰ ਰਿਹਾ ਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ? ਜਿਹੜੀ ਹਰਿਆਣੇ 'ਚ ਜਦੋਂ ਭੜਕੀ ਹੈ ਹਿੰਸਾ, ਮੈਂ ਸਮਝਦਾ ਬੀਜੇਪੀ ਦੀ ਇਹ ਸੋਚੀ ਸਮਝੀ ਚਾਲ ਹੈ ਇਲੈਕਸ਼ਨ ਕਰਕੇ। ਇਹ ਵੋਟਾਂ ਤੋਂ ਪਹਿਲਾਂ ਇਹਨਾਂ ਨੇ ਕਸ਼ਮੀਰ 'ਚ ਵੀ ਦੰਗੇ ਕਰਾਏ ਸੀ, ਉਦੋਂ ਉਹ ਬੰਬ ਚਲਾਇਆ ਸੀ ਜਿਹੜੇ ਬਲਾਸਟ ਹੋਇਆ ਸੀ। ਹੋਰ ਵੀ ਥਾਂ ਦੇ ਦੰਗੇ ਕਰਾਉਂਦੇ ਰਹੇ ਪਹਿਲਾਂ, ਜੋ ਆਪਣੇ ਗੁਜਰਾਤ 'ਚ ਵੀ ਹੋਏ ਨੇ, ਉਹ ਜਿਹਦਾ ਇਨਸਾਫ ਹਾਲ ਤੱਕ ਨਹੀਂ ਮਿਲਿਆ ਮੁਸਲਮਾਨਾਂ ਨੂੰ। ਤੁਸੀਂ ਕਿਹਾ ਕਿ ਗੁਜਰਾਤ 'ਚ ਦੰਗੇ ਹੋਏ ਨੇ, ਜਾਂ ਤੁਸੀਂ ਕਿਹਾ ਕਿ ਕਸ਼ਮੀਰ ਦੇ ਵਿੱਚ ਬੰਬ ਬਲਾਸਟ ਹੋਏ ਨੇ, ਅਤੇ ਹਰਿਆਣੇ ਦੇ ਵਿੱਚ ਤੁਸੀਂ ਫਿਰ ਬੀਜੇਪੀ ਨੂੰ ਕਹਿ ਰਹੇ ਹੋ। ਪਰ ਮਨੋਹਰ ਲਾਲ ਖੱਟਰ ਤਾਂ ਕਹਿੰਦੇ ਅਸੀਂ 70 ਬੰਦਿਆਂ ਦੇ ਜਿਹੜੇ ਪਲੱਸ ਬੰਦੇ ਸੀ ਉਹਨਾਂ ਦੇ ਉੱਪਰ ਪਰਚੇ ਦਰਜ ਕਰ ਲਏ ਨੇ। ਮੇਰੀ ਗੱਲ ਸੁਣੋ ਜੀ, ਉਹ ਕਿਹੜੀ ਕਾਰਵਾਈ ਕਰਦੇ ਆ? ਪੰਜਾਬ ਦੇ ਵਿੱਚ ਨਸ਼ੇ ਛਡਾਉਂਦਾ ਸੀ ਤੇ ਅੰਮ੍ਰਿਤ ਛਕਾਉਂਦਾ ਸੀ ਅੰਮ੍ਰਿਤਪਾਲ। ਉਹਨੂੰ ਤਾਂ ਪੰਜਾਬ ਦੀ ਸਰਕਾਰ ਨੇ ਡਿਬਰੂਗੜ੍ਹ ਭੇਜਤਾ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ, ਕਹਿੰਦੇ ਜੀ ਸੈਂਟਰ ਫੋਰਸ ਚਲਾਤੀ। ਉਹ ਕੀ ਕੰਮ ਜਿਹੜਾ ਝੋਟਾ 'ਚ ਨਸ਼ਿਆਂ ਪਿੱਛੇ ਲੜਦਾ ਹੈ, ਉਹ ਨਸ਼ੇ ਛਡਾਉਂਦਾ ਸੀਗਾ ਜਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ। ਉਹਨੇ ਕਿਹੜੀ ਮਾੜੀ ਗੱਲ ਕੀਤੀ ਸੀ? ਕੋਈ ਉਹਦੇ 'ਤੇ ਕੋਈ ਕੇਸ ਨਹੀਂ, ਕੋਈ ਪੁਰਾਣਾ ਉਹਦਾ ਉਹ ਨਹੀਂ ਗਾ, ਪ੍ਰੂਫ ਨਹੀਂ ਗਾ, ਕੋਈ ਉਹ ਤੋਂ ਬਰਾਮਦਗੀ ਨਹੀਂ ਹੋਈ, ਪੈਸਾ ਵੀ ਕਰੋੜਾਂ ਰੁਪਈਆ ਬਰਾਮਦ ਹੋਇਆ। ਝੂਠੇ ਇਲਜ਼ਾਮ ਨੇ ਸਾਰੇ। ਇਹ ਇੱਕ ਸਾਜ਼ਿਸ਼ ਦੇ ਤਹਿਤ ਉਹ ਜਦੋਂ ਜਿੱਥੇ ਜਾਂਦਾ ਸੀ, ਅਸਲ ਕਹਾਣੀ ਇਹ ਹੈ, ਜਿੱਥੇ ਜਾਂਦਾ ਸੀ 15,000 ਦਾ ਇਕੱਠ ਹੋ ਜਾਂਦਾ ਸੀ। ਉਹ ਜਿਹੜੀ ਸਰਕਾਰ ਨੂੰ ਤਕਲੀਫ 86 ਹੋ ਗਈ ਵੀ ਇਹਦੇ ਮਗਰ ਤਾਂ ਸਾਰਾ ਪੰਜਾਬ ਲੱਗ ਗਿਆ। ਉਹਦੇ 7-8 ਪ੍ਰੋਗਰਾਮ ਆਪਣੇ ਮਾਨਸਾ ਬਠਿੰਡੇ 'ਚ ਹੋਏ ਹੈ। ਤੁਸੀਂ ਮੰਡੀ ਕਲਾਂ ਹੋਇਆ ਹੈਗਾ, ਆਪਣਾ ਇੱਥੇ ਆਉਣਾ ਸੀਗਾ, ਚੌਕੇ ਆਉਣਾ ਸੀ, ਉੱਥੇ 10,000 ਦਾ ਇਕੱਠ ਸੀ। ਇੱਧਰ ਸੰਘੇ ਸੀ 12-13,000 ਦਾ ਇਕੱਠ, ਉੱਥੇ ਸੀ ਇੱਕ ਦਿਨ 16 ਤਰੀਕ ਨੂੰ ਪਹਿਲਾਂ। ਮੈਂ ਵੀ ਉੱਥੇ ਮੌਕੇ 'ਤੇ ਸੀਗਾ 16 ਨੂੰ। ਅਮਰਤਪਾਲ ਸਿੰਘ ਬਾਰੇ ਕੀ ਸੋਚਦੇ ਹੋ? ਕਿਉਂਕਿ ਅਮਰਤਪਾਲ ਸਿੰਘ ਦੇ ਉੱਪਰ ਬੜੇ ਸਵਾਲ ਉੱਠਦੇ ਨੇ। ਅਮਰਤਪਾਲ ਸਿੰਘ ਦੇ ਉੱਪਰ ਇਹ ਵੀ ਕਿਹਾ ਜਾਂਦਾ ਕਿ ਏਜੰਸੀਆਂ ਦਾ ਪਲਾਨ ਕਰਿਆ ਹੋਇਆ ਬੰਦਾ ਸੀ ਤੇ ਆਪਦੀ ਜਿਹੜੀ ਕਿ ਗੱਲਬਾਤ ਸੀ ਉਹ ਕਰਕੇ ਚੱਲਦੇ ਬਣੇ। ਉਹ ਜਿਹੜੀ ਕੋਈ ਗੱਲ ਹੁੰਦੀ ਹੈ ਜੀ, ਜਿਹਦੇ ਮਗਰ 4 ਲੋਕ ਲੱਗ ਜਾਂਦੇ ਆ, ਉਹਨੂੰ ਲੋਕ ਬਦਨਾਮ ਕਰਦੇ ਆ, ਉਹਦੇ ਕਿਰਦਾਰ ਕੁਸ਼ੀ ਕਰਦੀ ਹੈ ਇਹ ਸਰਕਾਰ। ਜਿਵੇਂ ਹੁਣ ਝੋਟੇ ਤੇ ਹੈ, ਝੋਟੇ ਦੇ ਉੱਤੇ ਆਪਣਾ ਕੀ ਕਹਿੰਦੇ ਕਰਦਾ ਉਹ ਕਰੀ ਹੈ। ਉਹ ਜਿਹੜੇ ਬੰਦੇ ਨਸ਼ੇ ਵੇਚਦੇ ਸੀਗੇ, ਲੋਕਾਂ ਦੇ ਪੁੱਤਾਂ ਨੂੰ ਮਾਰਦੇ ਸੀ, ਉਹਨਾਂ ਨੂੰ ਭੂਰੇ ਹੀ ਸੀਗਾ। ਜੇ ਕਿਸੇ ਨੇ ਉਹਦੇ ਛਿੱਤਰਾਂ ਦਾ ਹਾਰ ਪਾਤਾ, ਉਹਨੇ ਤਾਂ ਪਾਇਆ ਹੀ ਨਹੀਂ, ਕਿਸੇ ਨੇ ਹੋਰ ਪਾਤਾ। ਉਹ ਮੈਂ ਸੁਣਿਆ ਕਿਸੇ ਦੁਕਾਨਦਾਰ ਨਹੀਂ ਪਾਤਾ। ਤੇ ਪਰ ਉਹ ਕੋਈ ਜੇ ਕੋਈ ਜਿਹੜਾ ਕੋਈ ਮਾੜੇ ਕੰਮ ਕਰਦਾ, ਜੇ ਉਹਦੇ ਪਾਤਾ, ਕੋਈ ਮਾੜੀ ਗੱਲ ਵੀ ਨਹੀਂ ਇਹ। ਆਪਾਂ ਕਹਿੰਦੇ ਵੀ ਕਾਨੂੰਨ ਹੱਥ 'ਚ ਲੈਣਾ ਨਹੀਂ ਚਾਹੀਦਾ, ਪਰ ਜਿਹੜਾ ਲੋਕਾਂ ਦੇ ਪੁੱਤ ਮਾਰਦਾ, ਉਹਦੀ ਕੋਈ ਮਾੜੀ ਮੋਟੀ ਖਿੱਚ ਤੂੰ ਕਰਤੀ, ਕੋਈ ਵੱਡੀ ਗੱਲ ਨਹੀਂ ਇਹ। ਇੰਨੇ ਜਿੰਨੀ ਸੀਰੀਅਸਲੀ ਉਹਨੂੰ 100 ਬੰਦਾ ਫੜਨ ਗਿਆ, ਟੈਰਰਿਸਟਾਂ ਵਾਂਗੂ ਫੜਿਆ ਉਹਨੂੰ, ਐਡੀ ਤਾਂ ਗੱਲ ਨਹੀਂ ਸੀ ਕੋਈ। ਉਹ ਕਹਿੰਦੇ ਝੋਟੇ ਨੇ ਮਾਣਹਾਨੀ ਕਰਤੀ, ਇਸ ਕਰਕੇ ਉਸ ਨੂੰ ਫੜਨ ਗਏ ਆ। ਮਾਣਹਾਨੀ ਕਿਹੜੀ ਕਰਤੀ? ਉਹਦਾ ਜਾਣ ਕੇ ਹੁਣ 18-19 ਦਿਨ ਦਾ ਮੋਰਚਾ ਚੱਲਦਾ ਹੈ। ਇਹ 2 ਦਿਨ ਇਹਨਾਂ ਦੇ ਸਬ ਇੰਸਪੈਕਟਰ ਸੀਗੇ, ਉਹਨਾਂ ਨੇ ਧੱਕੇਸ਼ਾਹੀ ਕਰਕੇ ਉਹਦੇ ਪਰਿਵਾਰ ਨਾਲ, ਕੋਈ ਲੇਡੀ ਪੁਲਿਸ ਨਹੀਂ ਗਈ, ਉਹਦੀ ਵਾਈਫ ਸੀ, ਉਹਦੇ ਨਾਲ ਧੱਕਾ ਕੀਤਾ, ਤੇ ਉਹਦੀ ਮਾਂ ਸੀ, ਉਹਦਾ ਫਾਦਰ ਸੀਗਾ, ਬੱਚੇ ਸੀ। ਇੱਥੋਂ ਤੱਕ ਪੁਲਿਸ ਵਾਲਿਆਂ ਨੇ ਇੱਟਾਂ ਵੀ ਮਾਰੀਆਂ ਬੱਚਿਆਂ ਨੇ, ਥੱਲੋਂ ਖੜਿਆ ਨੇ। ਇਹ ਕੋਈ ਗੱਲ ਹੈ ਕਿ ਇਹ ਸ਼ਰੇਆਮ ਮੈਨੂੰ ਐਂ ਲੱਗਦਾ ਹੈ ਵੀ ਤੁਸੀਂ ਕਹਿੰਦੇ ਹੋ ਵੀ 86 ਤੌਰ 'ਤੇ, ਵੀ 86 ਤੌਰ 'ਤੇ ਹੋ ਸਕਦਾ 86 ਹੱਥ ਹੋਵੇ ਇਸ ਚੀਜ਼ ਦਾ, ਲੋਕਲ ਪੁਲਿਸ ਨੂੰ ਨਾ ਪਤਾ ਹੋਵੇ। ਉਹਨੇ ਥੋੜ੍ਹੇ ਦਿਨ ਪਹਿਲਾਂ ਇੱਕ ਗੱਲ ਕਹੀ ਸੀਗੀ, ਉਹਨੇ ਕਿਹਾ ਸੀ ਵੀ ਜਿਹੜੀ ਆਪਣੀ ਗਗਨਮਾਨ ਹੈ ਮੰਤਰੀ ਹੈ, ਉਹਦਾ ਡੋਪ ਟੈਸਟ ਕਰਾਓ। ਉਹ CM ਦੇ ਨੇੜੇ ਹੈ, ਹੋ ਸਕਦਾ ਆ ਗੱਲ ਵੀ ਹੋ ਸਕਦੀ ਹੈ ਵਿੱਚ। ਕੀ ਮੰਨਦੇ ਵੀ ਅਨਮੋਲ ਗਗਨਮਾਨ ਨੇ ਕੋਈ ਕਾਰਵਾਈ ਕਰਵਾਈ ਹੈ? ਤੁਸੀਂ ਨੇ ਜਿਹੜੇ 86 ਬੰਦੇ ਹੁੰਦੇ ਆ ਜੀ, ਉਹਨਾਂ ਨੂੰ ਆਇਆ ਵੀ ਪੰਗਾ ਉਹਦਾ ਨਸ਼ਿਆਂ ਦਾ ਪਿਆ ਹੋਇਆ, ਆਪੇ ਉਹਦੇ ਨਾਲ ਸਿਰ ਲੱਗ ਜੂਗਾ, ਤੇ ਸਖਤੀ ਕਰਕੇ ਉਹਨੂੰ ਦਬਾ ਦਿਓ। ਇਹ ਜਿਹੜੀ ਮਾਨਸਾ ਜ਼ਿਲ੍ਹਾ ਹੈ, ਇਹ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਜਿਹੜੇ ਪੁਲਿਸ ਅਫਸਰ ਨੇ, ਉਹ ਤਾਂ ਇੱਕ ਆਰਜੀ ਤੌਰ ਤੇ ਸਰਵਿਸ ਕਰਨ ਆਏ ਆ। ਜੀ ਆਇਆਂ ਨੂੰ, ਵਧੀਆ ਇੱਜ਼ਤ ਕਰਦੇ ਆ ਸਾਰੇ ਇਲਾਕੇ ਦੇ ਲੋਕ ਅਸੀਂ ਉਹਨਾਂ ਦੀ। ਵੀ ਜੇ ਹੁਣ ਲੋਕਾਂ ਨੂੰ ਦੋਨੇ ਹੱਥੀਂ, ਜਿਵੇਂ ਗੋਇਲ DSP ਹੈ, ਗੋਇਲ DSP ਦੀ ਜਾਂਚ ਹੋਣੀ ਚਾਹੀਦੀ ਹੈ ਉਹਦੀ ਪ੍ਰਾਪਰਟੀ ਦੀ। ਉਹਨੇ ਕਰੋੜਾਂ ਰੁਪਈਆਂ ਦੀ ਜਾਇਦਾਦ ਬਣਾ ਲਈ, ਥਾਣੇਦਾਰ ਤੋਂ ਲੱਗ ਕੇ DSP ਤੱਕ ਨੌਕਰੀ ਉਹਦੀ ਮਾਨਸਾ ਦੀ ਹੈ। ਤੇ DSP ਵੀ ਕਿਤੇ ਬਲਾਡੇ ਲੱਗ ਗਿਆ, ਕਿਤੇ ਮਾਨਸਾ ਲੱਗ ਗਿਆ, ਕਿਤੇ ਸਰਦੂਲਗੜ੍ਹ ਲੱਗ ਗਿਆ, ਹੁਣ ਸਰੂਗੜ੍ਹ ਤੋਂ ਆਇਆ ਸੀ। ਉਹ ਤਾਂ ਲੋਕਾਂ ਨੂੰ ਦਬਾਉਂਦਾ ਸੀਗਾ, ਉਹ ਬੰਦਾ ਐਂਟੀ ਸਿੱਖ ਸੀਗਾ। ਸਹੀ ਗੱਲ ਤੁਹਾਨੂੰ ਦੱਸਦਾ ਮੈਂ। ਤੁਸੀਂ ਕਿਵੇਂ ਕਹਿ ਸਕਦੇ ਹੋ, ਕਿਉਂਕਿ ਇੱਕ ਬੰਦਾ ਨੌਕਰੀ ਕਰ ਰਿਹਾ, ਇੱਕ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਐਂਟੀ ਸਿੱਖ ਆ? ਉਹ ਮੈਂ ਉਹ 'ਚ ਦੇਖੀਆਂ ਜਿਹੜੀਆਂ ਉਹਦੀਆਂ ਬੰਦੇ ਦੀ ਬੋਡੀ ਤੋਂ ਪਤਾ ਲੱਗ ਜਾਂਦਾ ਹੈ। ਜਿਹੜੀਆਂ ਉਹਦੇ ਵਿੱਚ ਪਿੱਛੇ ਜੇ ਅੰਮ੍ਰਿਤਪਾਲ ਜਦੋਂ ਆਇਆ, ਅੰਮ੍ਰਿਤਪਾਲ ਨੂੰ ਪੁਲਿਸ ਲੱਗੀ ਹੋਈ ਸੀ, ਅਰੈਸਟ ਕੀਤਾ। ਸਾਡੇ ਪਿੰਡ ਵੀ ਉਹਨਾਂ ਨੇ ਫੋਰਸ ਲਾਈ ਰੱਖੀ। ਉਹ ਸਾਡੀ ਜਵਾਰ ਕੇ ਪਿੰਡ ਸਬ ਡਿਵੀਜ਼ਨ ਮਾਨਸਾ 'ਚ ਪੈਂਦਾ ਹੈ। ਮੇਰੇ ਘਰ ਵੀ 1-2 ਵਾਰੀ ਰਾਤ ਨੂੰ ਗਿਆ। ਉਹ ਜਿਹੜੀਆਂ ਗੱਲਾਂ ਨਾ ਕਰਨ ਵਾਲੀਆਂ ਹੁਣ ਉਹ ਵੀ ਉਹਨੇ ਕਰੀਆਂ ਨੇ।
ਐਵੇਂ ਮੇਰੇ ਘਰੇ ਗਾਰਦਾਂ ਬਿਠਾਇਆ ਆ ਵੀ ਇੱਥੇ ਅੰਮ੍ਰਿਤਪਾਲ ਆਊਗਾ। ਮੈਂ ਕਿਹਾ ਵੀ ਇੱਥੇ ਇਹੋ ਜਿਹੀ ਕੋਈ ਗੱਲ ਨਹੀਂ, ਠੀਕ ਆ, ਅਸੀਂ ਤਾਂ 86 ਬੰਦੇ ਆ, ਅੰਮ੍ਰਿਤਪਾਲ ਜੇ ਆਉਣਾ ਤੂੰ ਫੜ ਲਈ, ਇੱਥੇ ਟੈਂਟ ਲਾ ਲਾ, ਮੈਂ ਭਾਵੇਂ 100 ਬੰਦਾ ਬਹਿ ਜਾ। ਪਰ ਉਹਨੇ 8 ਦਿਨ ਉੱਥੇ ਫੋਰਸ ਲਾ ਕੇ ਰੱਖੀ, ਸਾਨੂੰ ਬਾਹਰ ਨਹੀਂ ਜਾਣ ਦਿੱਤਾ। ਪੰਜਾਬ ਦੇ ਨਾਲ ਜਿਹੜੀ ਸਿਆਸਤ ਆ, ਪੰਜਾਬ ਦੀ ਸਿਆਸਤ ਨੂੰ ਕਿੱਥੇ ਖੜਾ ਦੇਖਦੇ ਹੋ? ਕਿਉਂਕਿ ਪੰਜਾਬ ਦੀ ਸਿਆਸਤ ਬੜੀ ਜਿਹੜੀ ਕਿ ਵਿਗੜਦੀ ਨਜ਼ਰ ਆ ਰਹੀ ਆ। ਤੁਸੀਂ ਸਿਆਸਤ ਦੇ ਨਾਲ ਜੁੜੇ ਹੋ, ਪਰ ਇੱਕ ਧਿਰ ਦੇ ਨਾਲ ਜੁੜੇ ਹੋ ਜਿਹੜੀ ਧਿਰ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਆ। ਇਹ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਅਕਾਲੀ ਦਲ ਦੀ ਸਰਕਾਰ ਸੀ ਉਦੋਂ, 1.5 ਸਾਲ ਦਾ 2 ਸਾਲ ਦਾ ਉਹਨਾਂ ਦਾ ਸਮਾਂ ਸੀ। ਉਦੋਂ ਬਾਅਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੀ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਹਨੇ, ਸੌਦੇ ਸਾਹਿਬ ਨੇ ਕਰਾਈ ਸੀ। ਫਿਰ ਉਦੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਆ ਗਿਆ, ਉਹਨੇ ਗੁਟਕਾ ਸਾਹਿਬ ਦੀਆਂ ਸੌਹਾਂ ਵੀ ਖਾਧੀਆਂ ਤੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੱਲ ਕਰ ਦੂੰ, ਮੈਨੂੰ ਪਤਾ ਕਿਹਨੇ ਕੀਤਾ ਹੈ। ਉਹਨੇ ਕੱਖ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ। ਭਗਵੰਤ ਮਾਨ ਵਰਗੇ ਕਹਿੰਦੇ ਅਸੀਂ ਤਾਂ ਕਹਿੰਦੇ ਨਾਂ ਦੇਤੇ। ਨੇ ਵੀ ਕਿਹਾ ਸੀ ਵੀ ਮੈਂ ਮਹੀਨੇ ਦੇ ਵਿੱਚ ਸਾਰਾ ਕੁਝ ਕਰ ਦੂੰਗਾ, ਤੇ ਕਿਹੜਾ ਕਰਨਾ ਸੀਗਾ? 1.5 ਸਾਲ ਹੋ ਗਿਆ ਬਣੇ ਨੂੰ, ਆਪਣੇ ਗੋਂਗਲੂਆਂ ਤੇ ਮਿੱਟੀ ਝਾੜ। ਜਿਹੜੇ ਅਸਲ ਦੋਸ਼ੀ ਨੇ ਹਰਸ਼ ਧੂਰੀ, ਸੰਦੀਪ ਬਰੇਟਾ ਤੇ ਪ੍ਰਦੀਪ ਕਲੇਰ, ਇਹ RSS ਦੇ ਬੰਦੇ ਨੇ, ਡੇਰੇ 'ਚ ਪ੍ਰੋਜੈਕਟ ਹੋਏ ਸੀ। ਤੇ ਜਿਹੜੇ ਬੰਦਿਆਂ ਨੇ ਗੁਰੂ ਐਸੇ ਮੋੜਾਂ ਦਾ ਬੰਬ ਬਲਾਸਟ ਹੋਇਆ ਸੀਗਾ, ਉਹ ਵੀ ਬੰਦੇ ਨਾਮਜ਼ਦ ਹੋਏ ਨੇ। ਅਮਰੀਕ ਇਨਸਾ, ਗੁਰਤੇਜ ਇਨਸਾ ਤੇ ਅਵਤਾਰ ਇਨਸਾ, ਉਹਨਾਂ ਨੂੰ ਵੀ ਫੜਦਾ, 7 ਬੱਚੇ ਉੱਥੇ ਮਾਰਤੇ। ਉਹ ਵੀ ਡੇਰੇ ਨਾਲ ਹੀ ਸੰਬੰਧਿਤ ਸੀ। ਇਹ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ। ਲਾਸਟ ਦੇ ਵਿੱਚ ਤੁਹਾਡੇ ਨਾਲ ਜੇਕਰ ਗੱਲ ਕੀਤੀ ਜਾਵੇ, ਮਣੀਪੁਰ ਦੀ ਹਿੰਸਾ ਨੂੰ ਕਿਵੇਂ ਦੇਖਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਮਣੀਪੁਰ ਦੇ ਵਿੱਚ ਕਾਫੀ ਜਿਹੜੀ ਕਿ ਹਿੰਸਾ ਹੋਈ ਹੈ। ਮਣੀਪੁਰ ਦੇ ਵਿੱਚ ਜਿਹੜੇ ਫੌਜੀਆਂ ਨੇ ਕਾਰਗਿਲ ਦੀ ਲੜਾਈ ਦੇ ਵਿੱਚ ਐਡੀ ਧਰਮ ਆਪਣਾ ਲੜਾਈ ਲੜੀ ਸੀ। ਇੱਕ ਸੂਬੇਦਾਰ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ, ਉਹਦੀ ਵਾਈਫ ਨੂੰ ਵੀ ਨੰਗਾ ਕਰਕੇ ਉੱਥੇ ਨਚਾਇਆ ਹੈਗਾ, ਪਰੇਡ ਕਰਾਈ ਹੈ। ਹੋਰ ਬੀਬੀਆਂ ਨਾਲ ਕਿੰਨਾ ਜ਼ਬਰ, ਜਿੰਨਾ ਘੱਟ ਗਿਣਤੀਆਂ ਨਾਲ ਉੱਥੇ ਜ਼ਬਰ ਹੋਇਆ, ਜ਼ੁਲਮ ਹੋਇਆ ਹੈ, ਨੰਗਿਆਂ ਕਰਕੇ ਬੀਬੀਆਂ ਨੂੰ ਬੇਪਤ ਕੀਤਾ ਗਿਆ ਹੈ। ਮੋਦੀ ਸਰਕਾਰ ਨੂੰ ਸਾਰਾ ਪਤਾ ਹੈ, ਉਹ ਵੋਟਾਂ ਲੈਣਾ ਚਾਹੁੰਦੀ ਹੈ, ਇਸ ਕਰਕੇ ਉਹਨੂੰ ਚੁੱਪ ਕਰਕੇ ਮੂਕ ਦਰਸ਼ਨ ਬਣ ਕੇ ਦਿਖ ਰਹੀ ਹੈ। ਹੁਣ ਸੁਪਰੀਮ ਕੋਰਟ ਨੂੰ ਇਹਦੇ ਐਕਸ਼ਨ ਲੈਣਾ ਚਾਹੀਦਾ ਹੈ। ਮੈਂ ਸਮਝਦਾ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਇਹਨਾਂ ਨੂੰ ਵੀ ਮੁੱਠੀ 'ਚ ਮੋਦੀ ਨੇ ਕਰ ਰੱਖਿਆ, ਤੇ ਤਾਂ ਕਰਕੇ ਕਾਰਵਾਈ ਨਹੀਂ ਹੋ ਰਹੀ। ਨਹੀਂ ਤਾਂ ਜਿੱਡੀ ਵੱਡੀ ਮਣੀਪੁਰ ਦੀ ਘਟਨਾ ਹੋਈ ਹੈ, ਇਹਦੇ ਐਕਸ਼ਨ ਹੁੰਦਾ, ਉੱਥੇ ਸਾਰੀਆਂ ਗੱਲਾਂ ਹੋ ਜਾਂਦੀਆਂ, ਉਹਨੂੰ ਉਹਨਾਂ ਦੇ ਕੰਟਰੋਲ ਹੁੰਦਾ, ਪਰ ਕੰਟਰੋਲ ਹੀ ਨਹੀਂ ਹੋ ਰਿਹਾ। ਅੱਜ ਮੈਂ ਹਰਿਆਣੇ 'ਚ ਹੈ, ਹਰਿਆਣੇ 'ਚ ਅੰਮ੍ਰਿਤਪਾਲ ਨੇ ਤਾਂ ਆਪਣੇ ਥਾਣੇ ਦੇ ਉੱਤੇ ਕੀਰਤਨ ਹੀ ਕੀਤਾ ਹੀ ਜਾ ਕੇ ਉੱਥੇ। ਕੋਈ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢੀਆਂ ਸੀ? ਕੀ ਲੱਗਦਾ ਵੀ ਜਾਇਜ਼ ਆ ਇਹ ਥਾਣੇ ਦੇ ਉੱਪਰ ਕਬਜ਼ਾ ਕਰ ਲਓ ਤੇ ਫਿਰ ਕੀਰਤਨ ਕਰਦੇ ਹੋ? ਨਜਾਇਜ਼ ਹੈ, ਪਰ ਉਹੋ ਜਿਹੀ ਕਾਰਵਾਈ ਕਰ ਦਿਓ ਵੀ ਉਹਨਾਂ ਨੇ ਜੇ ਗਲਤੀ ਕਰੀ ਹੈ, ਅੰਮ੍ਰਿਤਪਾਲ ਨੇ ਕੋਈ ਗਲਤੀ ਕਰੀ ਸੀ, ਉਹੋ ਜਿਹਾ ਪਰਚਾ ਕਰ ਦਿੰਦੇ ਕੋਈ। ਪਰ ਉਹਨਾਂ ਨੇ ਤਾਂ ਪੁਲਿਸ ਵਾਲੇ ਬੰਦੇ ਜਿਉਂਦੇ ਸਾੜ ਤੇ, ਹਰਿਆਣੇ ਵਾਲੇ ਨੇ ਤਾਂ ਹਰਿਆਣੇ ਵਾਲੇ ਬੰਦੇ ਨੇ ਪੁਲਿਸ ਵਾਲਿਆਂ ਨੇ ਜਿਉਂਦੇ ਸਾੜ ਤੇ 3-4 ਮੁਲਾਜ਼ਮ ਵਿੱਚ ਉਹਦੇ, ਤੇ ਥਾਣਾ ਸਾੜਤਾ, ਇੰਨੀਆਂ ਗੱਡੀਆਂ ਸਾੜਤੀਆਂ, ਹਜ਼ਾਰਾਂ, ਕਿੰਨਾ ਅੰਦੋਲਨ ਵਧੀ ਜਾਂਦਾ ਹੈ। ਉਹਨਾਂ ਨੂੰ ਡਿਬਰੂਗੜ੍ਹ ਭੇਜਣਗੇ? ਬਿਲਕੁਲ ਨਹੀਂ ਭੇਜਦੇ। ਇਹ ਸਾਰੇ BJP ਦੇ ਸਾਰੇ ਰਲੇ ਹੋਏ ਆ ਬੰਦੇ। ਕੀ ਲੱਗਦਾ ਗਾ ਆਉਣ ਵਾਲੇ ਸਮੇਂ ਦੇ ਵਿੱਚ 2024 ਆ ਰਿਹਾ, 2024 ਦੀ ਇਲੈਕਸ਼ਨ ਆ ਜਿਹੜੀ ਉਹ ਸਿਰ ਤੇ ਆ, ਕੀ ਲੱਗਦਾ ਵੀ ਸਰਕਾਰ ਕਰਵਾਊਗੀ? ਕੀ ਤੁਹਾਨੂੰ ਇਹ ਵਾਕਈ ਸ਼ੋਰ ਆ ਵੀ ਹਾਂ ਸਰਕਾਰ ਨਹੀਂ ਕਰਵਾਈ ਉਹ ਚੀਜ਼? ਮੋਦੀ ਹਿੰਦੂ ਰਾਸ਼ਟਰ ਚਾਹੁੰਦਾ ਹੈ। ਇੱਥੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਪੰਜਾਬ 'ਚ। ਮੋਦੀ ਦੀ ਤਾਂ CBI ਨੇ ਆਪਣੇ ਕਹਿਦਾ ਸੀ ਕਲੋਜ਼ਿੰਗ ਰਿਪੋਰਟ ਭਰਤੀ ਸੀਗੀ ਗੁਰੂ ਗ੍ਰੰਥ ਸਾਹਿਬ ਦੀ, ਆਪਣੀ ਇਨਕੁਆਰੀ ਦੀ, ਤੇ ਉਦੋਂ ਬਾਅਦ ਸਾਰੇ ਬੰਦੇ ਫੜੇ ਹੋਏ ਆ ਇਨਕੁਆਰੀ ਖੋਲ੍ਹਣ ਤੇ ਮੋਦੀ ਨੇ ਤਾਂ ਸਾਰਾ ਇਹ ਤਾਂ ਕਹਿੰਦਾ ਕਲੀਨ ਚਿੱਟ ਦਿੱਤੀ ਸੀ ਉਹਨਾਂ ਨੂੰ। ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੁੰਦੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ 'ਚ ਅੜਿੱਕਾ ਹੈ। ਉਹ ਜਾਤ ਪਾਤ ਕਾਇਮ ਕਰਨਾ ਚਾਹੁੰਦੇ ਆ, ਤੇ ਗੁਰੂ ਗ੍ਰੰਥ ਸਾਹਿਬ ਨਾਲ ਜਾਤ ਪਾਤ ਆਪਾਂ ਗੁਰੂ ਸਾਹਿਬ ਨੇ ਖਤਮ ਕਰੀ ਹੋਈ ਹੈ। ਆਹ ਕਹਾਣੀ ਆ ਅਸਲ। ਇਹ ਸਾਰਾ ਇਹਨਾਂ ਨੂੰ ਪਤਾ ਹੈ। ਸੌਦੇ ਸਾਹਿਬ ਨੂੰ ਤੀਜੇ ਦਿਨ ਬਲਾਤਕਾਰੀ ਬੰਦਾ ਹੈ, ਉਹ ਮੌੜਾਂ ਦੇ ਬੰਬ ਬਲਾਸਟ 'ਚ ਉਹ ਹੈ, 7 ਬੱਚੇ ਮਾਰਤੇ, ਉਹਦੇ ਵਿੱਚ ਉਹ ਤੇ ਉਹਦੀ ਹਨੀਪ੍ਰੀਤ ਹੈ, ਤੇ ਉਹਦਾ ਮੁੰਡਾ ਆਪਣੇ ਜੱਸੀ ਦਾ ਜਮਾਈ ਹੈ। ਜੱਸੀ ਦੀ ਇਲੈਕਸ਼ਨ 'ਚ 2019 'ਚ 2017 'ਚ 31 ਜਨਵਰੀ 2017 ਨੂੰ ਬਲਾਸਟ ਹੋਇਆ ਇਹ, ਤੇ ਉਹਦਾ ਅੱਜ ਤੱਕ ਬੰਦੇ ਨਹੀਂ ਫੜੇ। ਉਹ ਬਿਲਕੁਲ 6 ਸਾਲ ਹੋ ਗਏ, 6 ਸਾਲ ਤੋਂ ਵੀ ਉੱਤੇ ਲੰਘੇ, 2-3 ਮਹੀਨੇ, 6.25 ਸਾਲ ਹੋ ਗਏ। ਬੰਦਾ ਤੀਜੇ ਦਿਨ ਪਰੋਲ ਤੇ ਆ ਜਾਂਦਾ, ਜਿਹੜਾ ਦੋਸ਼ੀ ਆ ਉਹਨੂੰ ਕੋਈ ਫੜਦਾ ਨਹੀਂਗਾ। ਜਿਹੜੇ ਦੂਜੇ ਬੰਦੇ ਆ ਉਹ ਨਾਮਜ਼ਦ ਕਰਤੇ, ਕੇਸ ਟਰੇਸ ਹੋਇਆ ਹੈ, ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਖੁੱਲੇ ਫਿਰਦੇ ਨੇ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਉਹਨਾਂ ਨੂੰ ਨਹੀਂ ਫੜਦੇ, ਤੇ ਪਹਿਲਾਂ ਇਹਨਾਂ ਨੂੰ ਕੀ ਖੁੱਲ੍ਹਾ ਵੀ ਇਹ ਕਤਲ ਵੀ ਕਰਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕਰਨ, ਇਹਨਾਂ ਨੂੰ ਕੋਈ ਫੜੂ ਨਹੀਂ। ਤੇ ਬਲਾਤਕਾਰ ਦੇ ਕੇਸ 'ਚ ਬੰਦਾ ਅੰਦਰ ਹੋਇਆ, ਉਹਨੂੰ ਤੀਜੇ ਦਿਨ ਪਰੋਲ ਦੇ ਦਿੰਦੇ। ਇਸ ਤੋਂ ਵੱਧ ਕੀ ਪਤਾ ਲੱਗੂ ਹੁਣ? ਕੀ ਲੱਗਦਾ ਤੁਸੀਂ ਅੱਜ ਇੱਕ ਪਾਰਟੀ ਦੇ ਨਾਲ ਜੁੜੇ ਹੋ,
ਉਹ ਪਾਰਟੀ ਲਗਾਤਾਰ ਹਾਰਦੀ ਆਉਂਦੀ ਆ, ਲਗਾਤਾਰ ਉਸ ਦੇ ਸਾਹਮਣੇ ਇੱਕ ਹਾਰ ਦਾ ਜਿਹੜਾ ਕਿ ਦ੍ਰਿਸ਼ ਆ ਉਹ ਆ ਜਾਂਦਾ ਗਾ। ਤੁਸੀਂ ਉਸ ਪਾਰਟੀ ਦੇ ਨੁਮਾਇੰਦੇ ਵੀ ਰਹਿੰਦੇ ਹੋ, ਉਸ ਦਾ ਕੀ ਕਾਰਨ ਆ? ਅਸੀਂ ਹਾਰਦੇ ਨਹੀਂ ਜੀ। ਅਸੀਂ ਪਿਛਲੀ ਇਲੈਕਸ਼ਨ ਸੰਗਰੂਰ ਤੋਂ ਜਿਹੜਾ ਭਗਵੰਤ ਮਾਨ ਪੰਜਾਬ 'ਚ ਸਰਕਾਰ ਬਣਾਈ ਬੈਠਾ, 3 ਮਹੀਨਿਆਂ ਬਾਅਦ ਉਹਦੀ ਗੋਲਣੀ ਲਵਾਈ ਹੋਈ ਹੈ। ਭਗਵੰਤ ਮਾਨ ਨੂੰ 3 ਮਹੀਨੇ ਸਰਕਾਰ ਬਣਾਈ ਨੂੰ ਹੋਏ ਸੀ, 3 ਮਹੀਨਿਆਂ ਬਾਅਦ ਮੂੰਹ ਦੇ ਮੂੰਹ ਸਿੱਟਦਾ ਲੋਕਾਂ ਨੇ। ਇਹ ਲੋਕਾਂ ਦਾ ਨਹੀਂ ਪਤਾ ਕਿਹੜੇ ਵੇਲੇ ਚੱਲ ਪੈਣਾ। ਲੋਕ ਤਾਂ ਇਹ ਵੀ ਕਹਿੰਦੇ ਸਿਮਰਜੀਤ ਮਾਨ ਨੇ ਕੋਈ ਮੁੱਦਾ ਹੀ ਨਹੀਂ ਖੜਾ ਕਰਿਆ। ਨਹੀਂ, ਮੁੱਦਾ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਥੋੜ੍ਹੇ ਮੁੱਦੇ ਉਠਾਏ ਹੁਣ। ਸਾਰੇ ਕਿਸਾਨਾਂ ਦੀ ਗੱਲ ਕੀਤੀ ਹੈ, ਸਿੱਖ ਮੈਰਿਜ ਐਕਟ ਦੀ ਗੱਲ ਕਰੀ ਹੈ, ਜਿਹੜੇ ਮਸਲੇ ਸਾਡੇ ਵਿਦਿਆਰਥੀਆਂ ਦੇ ਜਾਂ ਸਾਡੇ ਮੁਲਾਜ਼ਮਾਂ ਦੇ ਸਾਰੇ ਮੁੱਦੇ ਉਠਾਏ ਉਹਨਾਂ ਨੇ। ਫਿਰ ਉਹ ਸਾਹਮਣੇ ਕਿਉਂ ਨਹੀਂ ਆਉਂਦੇ? ਲੋਕ ਕਿਉਂ ਇਹ ਗੱਲ ਕਹਿੰਦੇ ਅਸੀਂ ਤਾਂ ਕਹਿੰਦੇ 3 ਮਹੀਨਿਆਂ ਬਾਅਦ ਜਿਹਨੂੰ ਜਿਤਾਇਆ ਸੀ ਸਿਮਰਜੀਤ ਮਾਨ ਨੂੰ, ਉਹ ਵੀ ਨਹੀਂ ਸਾਡੀ ਗੱਲ ਕਰਦਾ। ਨਾ ਜਿੰਨਾ ਕੰਮ ਹੁਣ ਸੰਗਰੂਰ 'ਚ ਹੋ ਰਿਹਾ ਜੀ, ਮੈਂ ਨਹੀਂ ਕਹਿੰਦਾ, ਤੁਸੀਂ ਉੱਥੇ ਜਾ ਕੇ ਪਤਾ ਕਰ ਲਓ, ਦਫ਼ਤਰ 'ਚ ਜਾ ਕੇ ਰਿਕਾਰਡ ਲੈ ਲਓ ਵੀ ਕਿੰਨੇ ਉਹਨਾਂ ਨੇ ਮਤਲਬ ਜਿਹੜੇ MP ਨੂੰ ਪਤਾ ਨਹੀਂ ਹੁੰਦਾ ਵੀ ਕੀ ਕੰਮ ਕਰਾਉਣਾ ਹੈ। ਉਹਨਾਂ ਨੇ 150-200 ਬੰਦੇ ਨੂੰ ਤਾਂ 2-2 ਲੱਖ ਰੁਪਈਆ ਦਵਾਤਾ ਵੀ ਜਿਹੜੇ ਕੈਂਸਰ ਦੇ ਪੇਸ਼ੈਂਟ ਸੀਗੇ। ਹੋਰ ਜਿਹੜੇ ਪਿੰਡ ਵਾਈਜ਼ ਕੰਮ ਕਰਦੇ ਆ ਰੋਜ਼, ਉਹ ਜਿਹੜੇ MP ਨੂੰ ਗ੍ਰਾਂਟ ਆਉਂਦੀ ਉਹ ਤਾਂ ਵੱਖਰੀ ਹੈ। ਉਹ ਨਿੱਜੀ ਤੌਰ ਤੇ ਮਹਿਕਮਿਆਂ ਦੇ ਵਿੱਚ ਪੈ ਕੇ ਵੀ ਲੋਕਾਂ ਦੇ ਕੰਮ ਕਰਾਉਂਦੇ ਹੈਗੇ। ਇਹ ਤਾਂ ਭਗਵੰਤ ਮਾਨ ਵੀ ਕਰਦਾ ਰਿਹਾ। ਭਗਵੰਤ ਮਾਨ ਕਿਹੜੇ ਕਰਦੇ ਰਿਹਾ ਜੀ? ਭਗਵੰਤ ਮਾਨ ਦਾ ਤੁਸੀਂ ਹਾਲ ਦੇਖਿਆ ਹੀ ਹੈ ਕਾਰਾਂ 'ਚ। ਮੇਰੇ ਪਿੰਡ ਤੋਂ ਉਹਦਾ 25 ਕਿਲੋਮੀਟਰ ਪਿੰਡ ਹੈ ਮਾਨਸਾ ਤੋਂ। ਉਹਨੂੰ ਮਾਨਸਾ ਦਾ ਪਤਾ ਨਹੀਂ ਵੀ ਝੋਟਾ ਨਸ਼ਿਆਂ ਦੇ ਵਿੱਚ ਇੱਥੋਂ ਦੇ ਵੱਡੇ ਵੱਡੇ ਮਲੱਪ ਨੇ ਜਿਹੜੇ ਅਫਸਰ ਨੇ, ਉਹ ਸੌਦੇਬਾਜ਼ੀਆਂ ਕਰਕੇ ਮਾਨਸਾ ਮੈਡੀਕੋਜ ਵਾਲਿਆਂ ਨਾਲ, ਉਹ ਸਧਾਰਨ ਇੱਕ ਦੁਕਾਨਦਾਰ ਸੀਗੇ। ਉਹਨਾਂ ਨੇ 2 ਪਲਾਟਾਂ ਦੀ ਤਾਂ ਕੋਠੀ ਪਾਈ ਰਵਿੰਦਰ ਨਗਰ 'ਚ। ਇੱਕ ਪਲਾਟ ਉਹਨਾਂ ਨੇ ਗੱਡੀਆਂ ਖੜਦੀਆਂ ਹੈਗੀਆਂ 4-5 ਗੱਡੀਆਂ, 2 ਗੱਡੀਆਂ ਤਾਂ ਉਹਨਾਂ ਦੀਆਂ ਬਗਾਰਾਂ ਤੇ ਚੱਲਦੀਆਂ। ਉਹਨਾਂ ਦੀ ਫੈਕਟਰੀ ਹੈ। ਸਰਕਾਰ ਨੂੰ, ਭਗਵੰਤ ਮਾਨ ਨੂੰ ਜੇ ਇੰਨੀ ਅਣਖ ਹੈ, ਉਹਨਾਂ ਦੇ ਨਸ਼ੇ ਦੀ ਜਿਹੜੀ ਫੈਕਟਰੀ ਉਹ ਬੰਦ ਕਰੇ, ਉਹਨਾਂ ਦੀ ਦੁਕਾਨ ਸੀਲ ਕਰੇ। ਮਾਨਸਾ ਮੈਡੀਕਲ ਨਾਲੇ ਮੁਲਾਜ਼ਮ ਇਹਨਾਂ ਦੇ ਤਿੰਨ ਪੁਲਿਸ ਮੁਲਾਜ਼ਮ, ਗੁਰਦਰਸ਼ਨ, ਯਾਦਵਿੰਦਰ ਤੇ ਜੇ ਆਪਣਾ ਇੱਕ ਮੇਰਾ ਨਾਂ ਯੈਬ ਸਿੰਘ ਹੈ ਸ਼ਾਇਦ, 3 ਬੰਦਿਆਂ ਨੂੰ ਉਹਨਾਂ ਨੇ 7-7 ਸਾਲ ਤੇ 10-10 ਸਾਲ ਕੈਦ ਕਰਾਈ ਹੋਈ ਹੈ ਉਹ ਦੁਕਾਨ ਵਾਲਿਆਂ ਨੇ। ਵੀ ਸਾਨੂੰ ਜੀ ਫੜਿਆ ਕਿਤੋਂ ਹੋਰ ਸੀ, ਗ੍ਰਿਫਤਾਰੀ ਤੁਹਾਨੂੰ ਹੋਰ ਦਿਖਾਤੀ। ਤੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੀ ਸਾਡੇ 3 ਮੁਲਾਜ਼ਮਾਂ ਨੂੰ ਸਜ਼ਾ ਕਰਾਈ ਹੈ, ਅਸੀਂ ਉਸ ਦੁਕਾਨਦਾਰ ਦੀ ਮਦਦ ਕਰਦੇ ਹਾਂ। ਉਹਦੀ ਮਦਦ ਫਿਰ ਤਾਂ ਕਰਦੇ ਹੋਏ, ਇਹਦਾ ਮਤਲਬ ਪੈਸੇ ਖਾਂਦੇ ਨੇ, ਪੈਸਿਆਂ ਪਿੱਛੇ ਉਹਨਾਂ ਦੀ ਮਦਦ ਕਰਦੇ ਆ। ਜੇ ਕੱਲ ਨੂੰ ਕਿਸੇ ਨੇ ਆ ਕੇ ਸਵਾਲ ਖੜੇ ਕਰਤੇ ਵੀ ਜਵਾਰ ਕੇ ਜੀ ਤੁਸੀਂ ਕਿੱਥੇ ਸਾਨੂੰ ਦੇਖਿਆ ਪੈਸੇ ਲੈਂਦੇ? ਮੈਨੂੰ ਭਾਵੇਂ ਸੁਪਰੀਮ ਕੋਰਟ 'ਚ ਲੈ ਜਾਣ ਜੀ, ਮੈਂ ਜਾਣ ਨੂੰ ਤਿਆਰ ਹਾਂ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ। ਗੁਰਸੇਵਕ ਸਿੰਘ ਜਵਾਰ ਕੇ ਸਾਡੇ ਨਾਲ ਮੌਜੂਦ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਨੇ। ਤਾਂ ਇਹਨਾਂ ਦੇ ਨਾਲ ਅਸੀਂ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਕਿਉਂਕਿ ਮੁਲਾਕਾਤ ਦੇ ਵਿੱਚ ਕਾਫੀ ਜਿਹੜੇ ਕਿ ਮੁੱਦੇ ਆ ਉਹ ਭਖਦੇ ਨਜ਼ਰ ਆ ਰਹੇ ਨੇ। ਉਹ ਮੁੱਦੇ ਕੀ ਨੇ? ਉਹ ਮੁੱਦੇ ਇਹ ਨੇ ਕਿ ਪੰਜਾਬ ਦੇ ਹਾਲਾਤ ਹੜ੍ਹਾਂ ਦੇ ਵਰਗੇ ਕਿਉਂ ਬਣੇ, ਪੰਜਾਬ ਦੇ ਵਿੱਚ ਹੜ੍ਹ ਕਿਉਂ ਆਏ। ਤਾਂ ਦੂਸਰਾ ਮੁੱਦਾ ਇਹ ਸੀਗਾ ਕਿ ਪੰਜਾਬ ਤੋਂ ਬਾਹਰ ਸਟੇਟ ਜਿਹੜੀ ਕਿ ਹਰਿਆਣਾ, ਉਸ ਦੇ ਵਿੱਚ ਹਿੰਸਕ ਝਪਟਾਂ ਕਿਉਂ ਹੋਈਆਂ। ਜੇਕਰ ਗੱਲ ਕੀਤੀ ਜਾਵੇ ਤਾਂ ਮਣੀਪੁਰ ਦੇ ਵਿੱਚ ਵੀ ਔਰਤਾਂ ਨੂੰ ਨੰਗਿਆਂ ਕਰਕੇ ਫੇਰਿਆ ਗਿਆ। ਇਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜੀਆਂ ਕਿ ਫੋਟੋਜ਼ ਵਾਇਰਲ ਹੋ ਰਹੀਆਂ ਨੇ। ਜਵਾਰਕੀ ਜੀ, ਇੱਕ ਲਾਸਟ ਦੇ ਵਿੱਚ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋ, ਇੱਕ ਹਲਕੇ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, 5 ਵਾਰ ਇਲੈਕਸ਼ਨ ਵੀ ਲੜ ਚੁੱਕੇ ਹੋ। ਲੋਕ ਕੀ ਚਾਹੁੰਦੇ ਹੁੰਦੇ ਨੇ? ਆਖਰ ਲੋਕਾਂ ਦਾ ਵੀ ਕੁਛ ਤਾਂ ਮਤਲਬ ਹੁੰਦਾ ਹੋਊ ਵੀ ਅਸੀਂ ਆਹ ਚੀਜ਼ ਚਾਹੁੰਦੇ ਹਾਂ। ਨਹੀਂ, ਮੈਂ ਮਾਨਸਾ ਹਲਕੇ ਦੇ ਲੋਕਾਂ ਦਾ, ਜਿਹੜਾ ਵਿਧਾਨ ਸਭਾ ਹਲਕਾ ਮਾਨਸਾ ਹੈ, ਮੈਂ ਧੰਨਵਾਦ ਕਰਦਾ, ਕਿਉਂਕਿ ਸਾਡਾ ਸ਼ਹਿਰੀ ਹਲਕਾ ਹੈ। ਜਦੀ ਜ਼ਿਆਦਾ ਆਜ਼ਾਦੀ ਵੱਲ ਸਾਡੇ ਪ੍ਰਧਾਨ ਜੀ ਦੀ ਜਿਹੜੀ ਰੁਚੀ ਹੈ ਉਧਰ ਹੈ। ਸਾਨੂੰ ਜਿਹੜੇ ਦੂਜੀ ਵੱਧ ਗਿਣਤੀਆਂ ਦੇ ਲੋਕ ਨੇ ਇਸ ਕਰਕੇ ਵੋਟ ਨਹੀਂ ਪਾਉਂਦੇ। ਉਹ ਸਾਨੂੰ ਪਾਉਂਦੇ ਨਿੱਜੀ ਜਾਣ ਪਛਾਣ ਵਾਲੇ ਬੰਦੇ। ਤੇ ਪਹਿਲਾਂ 2097 ਆਪਣਾ 97 'ਚ ਮੈਂ ਚੋਣ ਲੜੀ, 1997 'ਚ 1997 'ਚ ਮੈਨੂੰ 16,000 ਵੋਟ ਪਈ ਹੈ ਵਿਧਾਨ ਸਭਾ ਹਲਕਾ ਮਾਨਸਾ ਤੋਂ, ਸ਼ਹਿਰੀ ਹਲਕਾ ਹੋਣ ਦੇ ਨਾਂ ਤੇ। ਬਾਦਲ ਦਲ ਦੀ ਇੰਨੀ ਹਵਾ ਸੀਗੀ, ਉਦੋਂ ਬਾਦਲ ਦਲ ਦਾ ਉਮੀਦਵਾਰ 1600 ਵੋਟ ਤੇ ਜਿੱਤਿਆ ਸੀ ਮੈਥੋਂ। ਫਿਰ ਉਸ ਤੋਂ ਬਾਅਦ 2000 ਆਪਣੇ ਹੋਈ ਇਹ 2 'ਚ, ਉਦੋਂ ਮੈਨੂੰ 12,000 ਵੋਟ ਪਈ, ਉਦੋਂ 5 ਗੁਣਾ ਮੁਕਾਬਲਾ ਹੋ ਗਿਆ। ਫਿਰ ਉਸ ਤੋਂ ਬਾਅਦ ਮੈਂ 2 ਵਿਧਾਨ ਸਭਾ ਦੀਆਂ ਚੋਣਾਂ ਲੜੀਆਂ, ਫਿਰ 2 SGPC ਦੀਆਂ ਲੜੀਆਂ, ਇੱਕ 96 'ਚ ਲੜੀ ਤੇ ਇੱਕ ਬਾਅਦ 'ਚ ਲੜੀ 9 'ਚ। ਕਿਸੇ 'ਚੋਂ ਕਾਮਯਾਬੀ ਮਿਲੀ ਤੁਹਾਨੂੰ? ਕਾਮਯਾਬੀ ਮਿਲੀ ਨਹੀਂ, ਮੈਂ ਕਿਉਂਕਿ ਬਾਦਲ ਦਲ ਦੀ ਸਰਕਾਰ ਸੀਗੀ। ਬਾਦਲ ਦਲ ਦੀ ਸਰਕਾਰ ਹੋਣ ਕਰਕੇ ਮੈਨੂੰ ਧੱਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਹਰਾਤਾ। ਉਹਨੇ ਮੇਰੇ ਬੰਦਿਆਂ ਤੇ ਪੋਲਿੰਗ ਨਹੀਂ ਲੱਗਣ ਤੇ ਸਾਡੇ 15 ਲੋਕਾਂ ਨੇ ਉਹਨੂੰ ਵੋਟਾਂ ਪਾਈਆਂ। ਫਿਰ ਵੀ 500-700 ਵੋਟ ਤੇ ਹਾਰੇ ਆ ਸਾਰੇ ਅਸੀਂ, ਇੰਨੀਆਂ ਵੋਟਾਂ ਘੱਟ ਹਾਰੀਆਂ। ਤੇ ਉਹਨੇ ਸਾਡੇ 20 ਪਿੰਡਾਂ 'ਚ ਬਲਵਿੰਦਰ ਭੁੰਦੜ ਨੇ ਤੇ ਸੁਖਬੀਰ ਬਾਦਲ ਨੇ, ਕਿਉਂਕਿ ਉਹਨਾਂ ਦਾ ਪਾਰਲੀਮੈਂਟ ਹਲਕਾ ਸੀ, ਮੇਰੀ ਡਬਲ ਸੀਟ ਸੀ, ਮੇਰੇ ਨਾਲ ਆਪਣਾ ਦਰਸ਼ਨ ਸਿੰਘ ਦਲੇਰ ਸੀ, ਉਹ ਵੀ 2 ਸੀਟਾਂ ਜਿੱਤ ਰਹੇ ਸੀ। ਅਸੀਂ ਇਧਰਲੀ ਸੀਟ ਤੇ ਜੋਗੇ ਤੇ ਝੱਬਰ ਸੀਗਾ, ਇਹ ਸੀਟ ਅਸੀਂ ਜਿੱਤ ਗਏ ਸੀ।
ਤੇ 4000 ਵੋਟ ਤੇ ਆ ਜਿਹੜੀ ਮਾਨਸਾ ਵਾਲੀ ਸੀਟ ਹੈ ਤੇ 1500 2000 ਵੋਟ ਤੇ ਹਾਰ ਗਈ ਸੀ। ਅਫਸੋਸ ਹੁੰਦਾ ਕਿ ਕਾਲੀ ਦਾੜੀ ਤੋਂ ਚਿੱਟੀ ਹੋ ਗਈ ਆ ਤੇ ਇੱਕ ਏਜੰਡੇ ਤੇ ਖੜੇ ਆ, ਅਸੀਂ ਜਿੱਤ ਨਹੀਂ ਸਕੇ। ਨਹੀਂ ਚਲੋ ਜੀ, ਇਹ ਕੋਈ ਜਿੱਤ ਹਾਰ ਦੀ ਗੱਲ ਨਹੀਂ ਹੁੰਦੀ। ਆਪਣੇ ਬੰਦੇ ਦੀ ਜਿਹੜੀ ਸੰਘਰਸ਼ੀਲ ਜ਼ਿੰਦਗੀ ਹੈ ਉਹ ਮੈਂ ਕਹਿੰਦਾ ਸਾਰਿਆਂ ਨਾਲੋਂ ਵਧੀਆ ਹੈ। ਮੈਂ ਪਾਰਲੀਮੈਂਟ ਦੀ ਚੋਣ ਵੀ ਨੰਨੀ ਸ਼ਾਹ ਦੇ ਮੁਕਾਬਲੇ ਆ ਪਿਛਲੀ ਵਾਰੀ ਲੜੀ ਹੈ, ਉਦੋਂ ਵੋਟਾਂ ਦੇ ਬੇਸ਼ੱਕ ਘੱਟ ਪਈਆਂ, ਪਰ ਮੇਰਾ ਪ੍ਰਚਾਰ ਇੰਨਾ ਹੋਇਆ ਲੋਕ ਐ ਹੁਣ ਆਉਂਦੇ ਜਿਵੇਂ ਗਾਉਣ ਵਾਲੀ ਲੱਗੀ ਹੁੰਦੀ ਹੈ। ਮੈਂ ਲੰਬੀ ਹਲਕੇ 'ਚ ਪ੍ਰਚਾਰ ਕਰਿਆ, ਲੋਕ ਉੱਥੇ ਡਰਦੇ ਜਿਵੇਂ ਗੈਂਗਸਟਰਾਂ ਤੋਂ ਡਰਦੇ ਨਾ, ਗੈਂਗਸਟਰਾਂ ਤੋਂ ਡਰਦੇ, ਉੱਥੇ ਸੁਣਨ ਵੀ ਨਹੀਂ ਆਉਂਦੇ ਸੀਗੇ। ਪਰ ਜਦੋਂ ਮੈਂ ਚਲਾ ਜਾਂਦਾ ਸੀਗਾ ਮੈਂ ਇਹਨਾਂ ਨੂੰ ਦੱਸਦਾ ਸੀ ਵੀ ਬਾਹਰ ਨਿਕਲੋ, ਉਹ ਲੋਕ ਸੁਣਨ ਵੀ ਆਉਂਦੇ ਸੀਗੇ ਤੇ ਪੈਸੇ ਵੀ ਲੋਕੇ ਦਿੰਦੇ ਸੀ ਮੈਨੂੰ। ਜੇ ਫੰਡ ਦੇਣਾ ਸੀ ਕਿਸੇ ਨੇ ਅਕਾਲੀ ਦਲ ਦੇ, ਕਹਿੰਦਾ ਵੋਟ ਤਾਂ ਤੱਕੜੀ ਨੂੰ ਪਾਊਂਗਾ ਪਰ ਤੈਨੂੰ ਫੰਡ ਦੇ ਦਿੰਦੇ ਆ, ਤੂੰ ਬੋਲਦਾ ਵਧੀਆ ਹੈ। ਬੋਲਣ ਦੀ ਪੈਸੇ ਦੇ ਦਿੰਦੇ ਸੀ? ਨਹੀਂ, ਬੋਲਣ ਦੇ ਨਹੀਂ, ਵੀ ਮੈਂ ਅਸਲੀ ਗੱਲਾਂ ਏਜੰਡੇ ਤੇ ਕਰਦਾ ਸੀਗਾ। ਜਿਹੜਾ ਏਜੰਡਾ ਸਾਡਾ ਸਿਆਸਤ ਦਾ ਚੱਲਦਾ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਜਿਵੇਂ ਬੇਅਦਬੀ ਹੋਈ ਹੈ, ਮੈਂ ਦੱਸਦਾ ਸੀ ਵੀ ਬਾਦਲ ਪਰਿਵਾਰ ਇਹਦੇ ਵਿੱਚ ਦੋਸ਼ੀ ਹੈ, ਕਿਉਂਕਿ ਸੌਦਾ ਸਾਧ ਨੂੰ ਇਹਨਾਂ ਨੇ ਸਾਰਿਆਂ ਤੋਂ ਪਹਿਲਾਂ ਤਾਂ ਬਠਿੰਡੇ 'ਚ ਗੁਰੂ ਗੋਬਿੰਦ ਸਿੰਘ ਦਾ ਸਵਾਗ ਰਚਿਆ। ਗੁਰੂ ਗੋਬਿੰਦ ਸਿੰਘ ਦਾ ਸਵਾਗ ਰਚਿਆ, ਉਹ ਕੇਸ ਰਜਿਸਟਰਡ ਹੋਇਆ। ਹਰਸਿਮਰਤ ਕੌਰ ਦੀਆਂ ਚੋਣਾਂ ਪਿੱਛੇ ਇਹਨਾਂ ਨੇ ਉਹ ਪਰਚਾ ਕੈਂਸਲ ਕਰਤਾ। ਸੌਦਾ ਸਾਧ ਦੀ ਇੱਕ ਵਾਰੀ ਮਦਦ, ਦੂਜੀ ਵਾਰੀ ਸੌਦਾ ਸਾਧ ਦੀ ਜਿਹੜੀ ਉਹਨੂੰ ਸਜ਼ਾ ਮਿਲੀ ਸੀ ਅਕਾਲ ਤਖਤ ਸਾਹਿਬ ਤੋਂ, ਮਾਫੀਨਾਮਾ ਆਪ ਕਰਵਾਇਆ, ਕੋਈ ਗੱਲਬਾਤ ਨਹੀਂ। ਫਿਲਮ ਸੀ ਉਹਦੀ, ਫਿਲਮ ਪਿੱਛੇ ਸੁਖਬੀਰ ਬਾਦਲ ਦਾ ਸੌਦਾ ਹੋ ਗਿਆ ਤੇ ਸੌਦਾ ਕਰਕੇ ਇਹਨੇ ਗਾਂ ਸੌਦੇ ਵਾਲੇ ਨਾਲ ਸੌਦਾ ਕਰ ਲਿਆ ਤੇ ਉਹਨੂੰ ਮਾਫੀਨਾਮਾ ਦੇਤਾ। ਉਹ ਕਹਿੰਦਾ ਮੈਂ ਗਿਆ ਹੀ ਨਹੀਂ ਉੱਥੇ। ਨਾਲੇ ਇਹ ਕਿਹਾ ਜਾਂਦਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤਾਂ ਕੋਈ ਏਜੰਡਾ ਹੀ ਨਹੀਂ ਹੁੰਦਾ, ਕਹਿੰਦੇ ਉਹੀ ਆ ਜਾਂਦੇ ਆ। ਬਿਲਕੁਲ, ਸਾਨੂੰ ਤਾਂ ਇਹ ਬਦਨਾਮ ਕਰਦੇ ਆ ਇਹ, ਪਰ ਅਸੀਂ ਉਹਨਾਂ ਦੇ ਜਿਹੜਾ ਸੱਟ ਅਸੀਂ ਮਾਰਦੇ ਹਾਂ ਉਹਨਾਂ ਦੇ ਟਿਕਾਣੇ ਵਾਲੀ ਥਾਂ ਤੇ। ਹੋਰ ਕੋਈ ਪਾਰਟੀ ਨਹੀਂ ਮਾਰਦੀ, ਨਾ ਸਾਰੇ ਪਾਰਟੀਆਂ ਵਾਲੇ ਕਾਣੇ ਆ, ਕਦੇ ਉਹ ਆ ਗਿਆ ਕਦੇ ਉਹ ਆ ਗਿਆ। ਅਸਲ ਜਿਹੜੀ ਧਰਮ ਦੀ ਗੱਲ ਕਰਦੇ ਉਹ ਸਿਮਰਨਜੀਤ ਸਿੰਘ ਮਾਨ ਕਰਦਾ ਹੈ, ਕਿਉਂਕਿ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਗੱਲ ਹੈ ਨਾ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਸਿਮਰਨਜੀਤ ਸਿੰਘ ਮਾਨ ਜਿਹੜੀ ਇੰਦਰਾ ਗਾਂਧੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਿਆ ਸੀਗਾ, ਉਹਦੇ ਕਤਲ ਦੇ ਵਿੱਚ 120 ਦੇ ਵਿੱਚ ਉਹ ਨਾਮਜ਼ਦ ਸੀਗਾ ਸਤਵੰਤ ਸਿੰਘ ਤੇ ਆਪਣੇ ਕੇਰ ਸਿੰਘ ਨਾਲ। ਉਹਨਾਂ ਨੂੰ ਫਾਂਸੀ ਹੋ ਗਈ ਸੀ, ਇਹ ਬਰੀ ਹੋ ਗਿਆ ਸੀ। ਇਹ ਤਰਨ ਤਾਰਨ ਦੇ ਲੋਕਾਂ ਨੂੰ ਵੋਟਾਂ ਪਾਤੀਆਂ, ਜਿੱਤ ਗਿਆ ਤੇ ਬਚ ਗਿਆ। ਫਿਰ ਸ਼੍ਰੋਮਣੀ ਅਕਾਲੀ ਦਲ ਦਾ ਕਰੀਬੀ ਸਾਥੀ ਕਿਉਂ ਛੱਡ ਕੇ ਗਿਆ? ਸਿਮਰਜੀਤ ਸਿੰਘ ਮਾਨ ਦਾ ਕਰੀਬੀ ਸਾਥੀ ਕਾਹਨ ਸਿੰਘ ਵਾਲਾ ਕਿਉਂ ਛੱਡ ਕੇ ਗਿਆ? ਕਾਹਨ ਸਿੰਘ ਵਾਲਾ ਤਾਂ ਜੀ ਸਾਡਾ ਹੀ ਬੰਦਾ ਸੀਗਾ, ਉਹ ਬਸ ਲੁਧਿਆਣੇ ਕੋਈ ਉਹਨਾਂ ਦਾ ਮਾੜਾ ਮੋਟਾ ਉਹਦੇ ਨਾਲ ਦੇ ਬੰਦਿਆਂ ਦਾ ਕੋਈ ਉਹ ਹੋ ਗਿਆ, ਕ੍ਰੈਸ਼ ਹੋ ਗਿਆ, ਉਹਦਾ ਕਰਕੇ ਉਹਦੇ ਉਹ ਬਣ ਗਿਆ। ਮਾਨ ਸਾਹਿਬ ਨੇ ਉਹਨੂੰ ਨੋਟਿਸ ਕੱਢਤਾ, ਉਹ ਪਾਰਟੀ ਛੱਡ ਕੇ। ਮਾਨ ਸਾਹਿਬ ਨੇ ਤਾਂ ਕੱਢਿਆ ਨਹੀਂ ਉਹਨੂੰ, ਆਪ ਹੀ ਪਾਰਟੀ ਛੱਡ ਗਿਆ ਉਹ। ਹੁਣ ਇਹ ਨਹੀਂ ਲੱਗਦਾ ਵੀ ਕਮਜ਼ੋਰ ਹੋ ਜੂ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਪਰ ਆਸ ਸੀ ਲੋਕਾਂ ਨੂੰ, ਕਮਜ਼ੋਰ ਹੋ ਜੂ? ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਬੜੇ ਲੋਕ ਚ ਗਏ ਆ, ਬੜੇ ਆਏ ਆ। ਜਿਹੜੀਆਂ ਪਾਰਟੀਆਂ ਹੁੰਦੀਆਂ ਵੱਡੀ ਗੱਲ ਹੁੰਦੀ ਹੈ, ਜੇ 4 ਜਾਂਦੇ 8 ਆਉਂਦੇ ਆ। ਉਹ ਗੱਲ ਕਈ ਗੱਲਾਂ ਹੁੰਦੀਆਂ ਵੀ ਕਈ ਬੰਦਿਆਂ ਤੋਂ ਕੋਈ ਤੰਗ ਵੀ ਹੁੰਦਾ ਹੈ। ਇਹ ਤਾਂ ਗੱਲ ਹੁੰਦੀ ਹੈ ਵੀ ਆਪਦੀ ਮਨ ਸਮਝਾਉਣ ਦੀ ਗੱਲ ਹੁੰਦੀ ਹੈ ਵੀ ਮੇਰਾ ਕਰਕੇ ਕਿਤੇ ਪਾਰਟੀ ਫੇਲ ਹੋ ਜੂਗੀ, ਇਹ ਕੋਈ ਪਾਰਟੀ ਪੂਟੀ ਨਹੀਂ ਫੇਲ ਹੁੰਦੀ। ਸਿਮਰਨਜੀਤ ਸਿੰਘ ਮਾਨ ਨੂੰ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਬੜਾ ਫੇਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸੱਚਾਈ ਤੇ ਚੱਲਦੀ ਹੈ, ਸਿਧਾਂਤਕ ਪਾਰਟੀ ਹੈ, ਸਿਧਾਂਤ ਨਾਲ ਸਮਝੌਤਾ ਨਹੀਂ ਕਰਦੇ ਸੀ। ਚੋਣਾਂ ਜਿੱਤ ਕੇ ਹਾਰ ਗਏ, ਚਾਹਤੀ ਦੀ ਚੱਲੀ ਜਾਂਦੇ ਆ ਜੀ। ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਗੁਰਸੇਵਕ ਸਿੰਘ ਜਵਾਰ ਕੇ ਮੌਜੂਦ ਸਨ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਨੂੰ ਰੀਪ੍ਰਜੈਂਟ ਕਰਦੇ ਨੇ। ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।